ਮਾਨਯੋਗ ਸੁਪਰੀਮ ਕੋਰਟ ਚਾਹੁੰਦੀ ਤਾਂ ਇਹ ਮਸਲਾ ਕੱਲ ਹੀ ਨਿਬੜ ਜਾਂਦਾ ਜਾਂ ਕੱਲ ਤੱਕ ਦੀ ਨੌਬਤ ਵੀ ਨਾ ਆਉਂਦੀ। ਉਹ ਸੂਓ ਮੋਟੋ ਐਕਸ਼ਨ ਲੈ ਕੇ, ਕਿਉਂਕਿ ਇਹ ਜਿਹੜੇ ਕਾਨੂੰਨ ਸੈਂਟਰ ਨੇ ਪਾਸ ਕੀਤੇ ਹੈਗੇ ਆ ਦੇ ਆਰ ਅਗੇਂਸਟ ਦੀ ਇੰਡੀਅਨ ਕਨਸਟੀਟਿਊਸ਼ਨ। ਇਹ ਜਿਹੜਾ ਸੈਂਟਰ ਦੀ ਸਰਕਾਰ ਹੈਗੀ ਇਹਨਾਂ ਸਬਜੈਕਟਸ ਦੇ ਉੱਤੇ ਲੈਜਿਸਲੇਸ਼ਨ ਨਹੀਂ ਬਣਾ ਸਕਦੀ। ਤੇ ਸੁਪਰੀਮ ਕੋਰਟ ਨੂੰ ਤਾਂ ਚਾਹੀਦਾ ਸੀਗਾ ਕਿ ਇਹਦਾ ਨੋਟਿਸ ਆਪ ਹੀ ਲੈ ਕੇ ਕਾਨੂੰਨਾਂ ਨੂੰ ਰੱਦ ਕਰਦੀ। ਕੀ ਤੁਹਾਨੂੰ ਲੱਗਦਾ ਕੋਰਟ ਜਿਹੜੇ ਜੋ ਕਾਨੂੰਨ ਬਣ ਜਾਂਦਾ ਹੈ, ਜੇ ਲੋਕਾਂ ਨੂੰ ਨਾ ਹੁਣ ਸਰਕਾਰ ਨੇ ਤਾਂ ਬਣਾ ਤੇ ਸਰਕਾਰ ਤਾਂ ਗਨਾ ਰਹੀ ਹੈ ਕਿ ਬਹੁਤ ਵਧੀਆ ਕਾਨੂੰਨ ਨੇ, ਹੱਕ ਦੇ ਵਿੱਚ ਹੈਗੇ ਨੇ, ਤੁਹਾਨੂੰ ਲੱਗਦਾ ਕਿ ਕੋਰਟ ਇਸ ਚੀਜ਼ ਕਾਨੂੰਨ ਨੂੰ ਰੱਦ ਵੀ ਕਰ ਸਕਦੀ ਹੈ? ਸੁਪਰੀਮ ਕੋਰਟ ਨੂੰ ਚਾਹੀਦਾ ਸੀਗਾ ਕਿ ਇਹ ਜਿੱਦਣ ਪਾਸ ਹੋਏ ਸੀ ਇਹਨਾਂ ਨੂੰ ਉਦੋਂ ਹੀ ਰੱਦ ਕਰ ਦਿੰਦੀ। ਜੇ ਸਾਡੀ ਸੁਪਰੀਮ ਕੋਰਟ ਐਕਚੁਅਲੀ ਆਪਣਾ ਜਿਹੜਾ ਜੁਡੀਸ਼ਰੀ ਦਾ ਫੰਕਸ਼ਨ ਹੈ ਉਹਨੂੰ ਕਨਸਟੀਟਿਊਸ਼ਨਲੀ ਡਿਸਚਾਰਜ ਕਰ ਰਹੀ ਹੁੰਦੀ ਤਾਂ ਇਹ ਜਿਹੜੇ ਕਾਨੂੰਨ ਹੈ ਜਿੱਦਣ ਪਾਸ ਹੋਏ ਸੀ ਇਹ ਉਦੋਂ ਹੀ ਰੱਦ ਹੋ ਗਏ ਹੋਣੇ ਚਾਹੀਦੇ ਸੀ, ਬਿਨਾਂ ਕਿਸੇ ਦੇ ਕਹੇ। ਤੇ ਅੱਤ ਤਾਂ ਇਹਨਾਂ ਨੇ ਕੀਤੀ ਹੋਈ ਹੈ ਤੇ ਅੱਤਵਾਦੀ ਸਾਨੂੰ ਕਹਿੰਦੇ, ਠੀਕ ਹੈ ਨਾ। ਹਰ ਚੀਜ਼ 'ਚ ਅੱਤ ਹੈ, ਛੋਟੀ ਤੋਂ ਛੋਟੀ ਗੱਲ, ਵੱਡੀ ਤੋਂ ਵੱਡੀ ਗੱਲ। ਤੁਸੀਂ ਤੁਹਾਡੀਆਂ ਔਰਤਾਂ ਦੇ ਰੇਪ ਹੋ ਕੇ ਉਹਨਾਂ ਨੂੰ ਸਾੜਿਆ ਜਾ ਰਿਹਾ ਤੇ ਤੁਸੀਂ ਕਹਿੰਦੇ ਹੋ ਮਨੋਹਰ ਕਹਾਣੀਆਂ ਹੈ, ਠੀਕ ਹੈ ਨਾ। ਬੱਚਿਆਂ ਦੇ ਰੇਪ ਹੋ ਰਿਹਾ, ਸਾਡੇ ਅੱਜ ਬਜ਼ੁਰਗ ਮਾਂ-ਬਾਪ ਸੜਕਾਂ 'ਤੇ ਆ ਕੇ ਲੰਮੇ ਪਏ ਹੋਏ ਹੈ ਤੇ ਅੱਤ ਤੁਸੀਂ ਚੱਕੀ ਹੋਈ ਹੈ ਤੇ ਅੱਤਵਾਦੀ ਅਸੀਂ ਹੋ ਗਏ। ਇਹ ਜਿੱਦਾਂ ਦੇ ਵੀ ਹੈ, ਗੋਦੀ ਮੀਡੀਆ ਕਹਿ ਲਓ, ਭਗਤ ਕਹਿ ਲਓ, ਇਹ ਜਿੱਦਾਂ ਦੇ ਵੀ ਆ ਆਪਣੇ ਹੀ ਭੈਣ ਭਰਾ ਆ ਤੇ ਹੱਥ ਜੋੜ ਕੇ ਇਹਨਾਂ ਨੂੰ ਵੀ ਗੁਜ਼ਾਰਿਸ਼ ਹੈ ਕਿ ਇਹ ਜਿਹੜਾ ਮੁਲਕ ਹੈ ਸਾਡੀ ਮਾਂ ਹੈ, ਇਹਨੂੰ ਨਾ ਨੋਚ ਕੇ ਖਾਵੋ, ਠੀਕ ਹੈ ਨਾ। ਗਲਤ ਦੇ ਖਿਲਾਫ ਆਵਾਜ਼ ਉਠਾਓ, ਆਪਣੇ ਜ਼ਮੀਰ ਨੂੰ ਜਗਾਓ। ਇਹ ਮੁਲਕ ਲਈ ਬਹੁਤ ਸ਼ਹੀਦ ਹੋਏ ਆ ਲੋਕ, ਬਹੁਤ ਖੂਨ ਡੁੱਲਿਆ ਆ। ਸੁਪਰੀਮ ਕੋਰਟ ਵੱਲੋਂ ਕੱਲ ਇੱਕ ਫੈਸਲਾ ਸੁਣਾਇਆ ਗਿਆ ਜੋ ਕਿ ਕਿਸਾਨਾਂ ਨੂੰ ਲੱਗਦਾ ਕਿ ਉਹਨਾਂ ਦੇ ਹੱਕ ਵਿੱਚ ਹੈ। ਜਿਸ ਤਰੀਕੇ ਨਾਲ ਸੁਪਰੀਮ ਕੋਰਟ ਨੇ ਗੱਲ ਕਹੀ ਹੈ ਕਿ ਜੋ ਕਿਸਾਨ ਨੇ ਆਪਣਾ ਪ੍ਰਦਰਸ਼ਨ ਕਰ ਸਕਦੇ ਨੇ, ਕਿਉਂਕਿ ਕਿਸਾਨ ਜੋ ਨੇ ਬਿਲਕੁਲ ਸ਼ਾਂਤਪੂਰਵਕ ਇੱਥੇ ਬੈਠੇ ਨੇ। ਹੁਣ ਕੁਝ ਗੱਲਾਂ ਸਮਝ ਨਹੀਂ ਆਉਣਗੀਆਂ ਕਿ ਸੁਪਰੀਮ ਕੋਰਟ ਨੇ ਟਿੱਪਣੀ ਕਿਉਂ ਕੀਤੀ ਹੈ, ਕਿ ਹੱਲੇ ਵੀ ਕਿਸਾਨਾਂ ਦੇ ਹੱਕ ਵਿੱਚ ਟਿੱਪਣੀ, ਕਿ ਇਹ ਟਿੱਪਣੀ ਕਰਨ ਦੇ ਨਾਲ ਕਿਸਾਨਾਂ ਨੂੰ ਸ਼ਾਂਤ ਕੀਤਾ ਜਾ ਰਿਹਾ ਹੈ। ਕੋਰਟ ਦੇ ਕੀ ਨਿਰਦੇਸ਼ ਹੋਣਗੇ, ਜਾਂ ਕੋਰਟ ਇਸ ਬਿੱਲ ਨੂੰ ਜਾਂ ਕਹਿ ਦੀ ਕਿ ਕਾਨੂੰਨ ਨੂੰ ਰੱਦ ਕਰ ਸਕਦਾ, ਕੋਰਟ ਕੋਲ ਇੰਨੀ ਪਾਵਰ ਹੁੰਦੀ ਹੈ। ਤੇ ਦੂਸਰੇ ਪਾਸੇ ਜੋ ਸਰਕਾਰ ਨੂੰ ਉਹਨਾਂ ਨੇ ਕਰੜੇ ਹੱਥੇ ਲਿਆ ਕਿ ਕੋਰਟ ਇਸ ਚੀਜ਼ ਦਾ ਦਿਖਾਵਾ ਕਰ ਰਹੀ ਹੈ। ਸਾਡੇ ਨਾਲ ਮੌਜੂਦ ਨੇ ਐਡਵੋਕੇਟ ਕਮਲਜੀਤ ਕੌਰ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਇਸ ਕੋਰਟ ਦੀ ਟਿੱਪਣੀ ਨੂੰ ਕਿੱਦਾਂ ਦੇਖਦੇ ਨੇ। ਕਰਨਾ ਕੋ ਜੀ ਪਹਿਲਾ ਹੀ ਸਵਾਲ ਹੈ ਕਿ ਤੁਸੀਂ ਕਿੱਦਾਂ ਦੇਖਦੇ ਹੋ ਟਿੱਪਣੀ ਨੂੰ, ਜੋ ਕੱਲ ਕੋਰਟ ਵਿੱਚ ਸਾਰੀ ਦਲੀਲ ਹੋਈ ਹੈ, ਬਹਿਸ ਵੀ ਹੋਈ ਹੈ, ਟਿੱਪਣੀ ਵੀ ਕੀਤੀ ਗਈ ਹੈ ਕਿਸਾਨਾਂ ਦੇ ਉੱਤੇ ਕਿ ਜੋ ਕਿਸਾਨ ਨੇ ਆਪਣਾ ਧਰਨਾ ਜਿਹੜਾ ਸ਼ਾਂਤਪੂਰਵਕ ਬੈਠੇ ਨੇ ਤਾਂ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਸਰਕਾਰ ਨੂੰ? ਬਿਲਕੁਲ ਜੀ, ਡੈਮੋਕ੍ਰੇਸੀ ਦੇ ਵਿੱਚ ਇਹ ਜਿਹੜਾ ਸਾਡਾ ਕਨਸਟੀਟਿਊਸ਼ਨਲ ਰਾਈਟ ਹੈ, ਸਾਨੂੰ ਸਾਡਾ ਸੰਵਿਧਾਨ ਅਧਿਕਾਰ ਦਿੰਦਾ ਹੈ ਕਿ ਅਸੀਂ ਜਿਹੜਾ ਹੈਗਾ ਪੀਸਫੁਲ ਪ੍ਰੋਟੈਸਟ ਕਰ ਸਕਦੇ ਹਾਂ। ਔਰ ਸਾਡੇ ਜਿਹੜੇ ਕਿਸਾਨ ਵੀਰ ਹੈਗੇ ਆ ਇੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਹੈਗੇ ਆ ਔਰ ਇਹ ਪੀਸਫੁਲੀ ਪ੍ਰੋਟੈਸਟ ਕਰ ਰਹੇ ਆ ਔਰ ਇਹ ਆਪਣੇ ਹੀ ਮੁਲਕ ਦੇ ਵਿੱਚ, ਆਪਣੀ ਹੀ ਰਾਜਧਾਨੀ ਵਿੱਚ, ਆਪਣੀ ਹੀ ਸਰਕਾਰ ਕੋਲ ਆਏ ਹੋਏ ਆ। ਇਸ ਕਰਕੇ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੈਗਾ ਆ ਕਿ ਇਹਨਾਂ ਦਾ ਜਿਹੜਾ ਪ੍ਰੋਟੈਸਟ ਹੈ ਉਹ ਤੋਂ ਇਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ, ਉਹ ਇਨ ਵਿਊ ਆਫ ਦੀ ਕਨਸਟੀਟਿਊਸ਼ਨ ਬਿਲਕੁਲ ਸਹੀ ਹੈ। ਹੁਣ ਇੱਕ ਸਵਾਲ ਹੁਣ ਵੀ ਨੌਜਵਾਨਾਂ ਦੇ ਪੁੱਛਦੇ ਪਏ ਸੀ ਕਿ ਗੱਲ ਵੀ ਬਾਤ ਵੀ ਕਰਦੇ ਪਏ ਸੀ ਕਿ ਜੇ ਕੋਰਟ ਇਹ ਕਹਿ ਦੇਵੇ ਜਿਹੜਾ ਪ੍ਰੋਟੈਸਟ ਹੈ ਜਾਂ ਸੜਕਾਂ ਖਾਲੀ ਕਰਾਓ ਇਹ ਨਾ ਲੱਗੇ, ਫਿਰ ਸਰਕਾਰ ਕੋਈ ਐਕਸ਼ਨ ਕਰ ਸਕਦੀ ਹੈ? ਇਹ ਤਾਂ ਜੀ ਹੁਣ ਆਉਣ ਵਾਲਾ ਜਿਹੜਾ ਟਾਈਮ ਆ ਉਹ ਦੱਸੇਗਾ। ਅਦਰਵਾਈਜ਼ ਸੁਪਰੀਮ ਕੋਰਟ ਦੇ ਕੋਲ ਪਾਵਰ ਹੁੰਦੀ ਹੈ, ਉਹ ਆਰਡਰਸ ਦੇ ਸਕਦੀ ਹੈ ਔਰ ਜਿਹੜੇ ਸੁਪਰੀਮ ਕੋਰਟ ਦੇ ਆਰਡਰਸ ਹੁੰਦੇ ਆ ਉਹ ਬਾਈਂਡਿੰਗ ਹੁੰਦੇ ਆ ਸਾਰਿਆਂ 'ਤੇ। ਇੱਥੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗੀ ਕਿ ਵੈਸੇ ਤਾਂ ਜੇ ਸਾਡੀ ਮਾਨਯੋਗ ਸੁਪਰੀਮ ਕੋਰਟ ਚਾਹੁੰਦੀ ਤਾਂ ਇਹ ਮਸਲਾ ਕੱਲ ਹੀ ਨਿਬੜ ਜਾਂਦਾ ਜਾਂ ਕੱਲ ਤੱਕ ਦੀ ਨੌਬਤ ਵੀ ਨਾ ਆਉਂਦੀ। ਉਹ ਸੂਓ ਮੋਟੋ ਐਕਸ਼ਨ ਲੈ ਕੇ, ਕਿਉਂਕਿ ਇਹ ਜਿਹੜੇ ਕਾਨੂੰਨ ਸੈਂਟਰ ਨੇ ਪਾਸ ਕੀਤੇ ਹੈਗੇ ਆ ਦੇ ਆਰ ਅਗੇਂਸਟ ਦੀ ਇੰਡੀਅਨ ਕਨਸਟੀਟਿਊਸ਼ਨ। ਇਹ ਜਿਹੜਾ ਸੈਂਟਰ ਦੀ ਸਰਕਾਰ ਹੈਗੀ ਇਹਨਾਂ ਸਬਜੈਕਟਸ ਦੇ ਉੱਤੇ ਲੈਜਿਸਲੇਸ਼ਨ ਨਹੀਂ ਬਣਾ ਸਕਦੀ। ਤੇ ਸੁਪਰੀਮ ਕੋਰਟ ਨੂੰ ਤਾਂ ਚਾਹੀਦਾ ਸੀਗਾ ਕਿ ਇਹਦਾ ਨੋਟਿਸ ਆਪ ਹੀ ਲੈ ਕੇ ਕਾਨੂੰਨਾਂ ਨੂੰ ਰੱਦ ਕਰਦੀ। ਸਾਡਾ ਜਿਹੜਾ ਕਨਸਟੀਟਿਊਸ਼ਨ ਹੈਗਾ ਆ ਉਹ ਤਾਂ ਕਹਿੰਦਾ ਕਿ ਜਿਹੜੀ ਜੁਡੀਸ਼ਰੀ ਹੈ ਉਹ ਵਾਚ ਡੌਗ ਹੈ, ਠੀਕ ਹੈ ਨਾ, ਕਨਸਟੀਟਿਊਸ਼ਨ ਦਾ। ਉਹ ਜੇ ਕੋਈ ਬੰਦਾ ਕਨਸਟੀਟਿਊਸ਼ਨ ਨੂੰ ਖਦੇੜਨ ਦੀ ਕੋਸ਼ਿਸ਼ ਕਰੇਗਾ ਤਾਂ ਉਹਨੂੰ ਪ੍ਰੋਟੈਕਟ ਕਰੇਗੀ। ਪਰ ਇਹ ਸੁਪਰੀਮ ਕੋਰਟ ਨੇ ਨਾ ਪਹਿਲੇ ਐਕਸ਼ਨ ਲਿਆ। ਹੁਣ ਜੇ ਕੋਈ ਬੰਦਾ ਕੋਰਟ ਦੇ ਵਿੱਚ ਗਿਆ ਹੀ ਸੀਗਾ, ਚਾਹੇ ਉਹ ਸਾਡੇ ਕਿਸਾਨਾਂ ਦੇ ਖਿਲਾਫ ਗਿਆ ਸੀ, ਤਾਂ ਸੁਪਰੀਮ ਕੋਰਟ ਕੋਲ ਇੱਕ ਮੌਕਾ ਸੀਗਾ ਇਹਨਾਂ ਨੂੰ ਦੁਬਾਰਾ ਰੱਦ ਕਰਨ ਦਾ, ਤੇ ਉਹਨਾਂ ਨੇ ਕਿਉਂ ਨਹੀਂ ਕੀਤਾ? ਇਹਦਾ ਤਾਂ ਮਤਲਬ ਦੇ ਆਰ ਦੇ ਕੈਨ ਆਨਸਰ ਦੈਟ। ਜੇ ਹੁਣ ਜਿਸ ਨੂੰ ਜਥੇਬੰਦੀਆਂ ਪੇਸ਼ ਨਹੀਂ ਹੋਈ, ਜਿੱਥੇ ਉਹ ਕਿਹਾ ਗਿਆ ਸੀ ਵੀ ਪੇਸ਼ ਹੋਣ, ਪਰ ਜਥੇਬੰਦੀਆਂ ਪੇਸ਼ ਨਹੀਂ ਹੋਈ, ਲੱਗਦਾ ਕਿ ਜਥੇਬੰਦੀਆਂ ਵੱਲੋਂ ਕੋਈ ਨੁਮਾਇੰਦਾ ਜਾਂ ਕਿਸਾਨਾਂ ਵੱਲੋਂ ਕੋਈ ਵੀ ਨੁਮਾਇੰਦਾ ਕੋਰਟ ਵਿੱਚ ਪੇਸ਼ ਨਹੀਂ ਹੁੰਦਾ। ਜੇ ਕੇਸ ਵੀ ਅੱਗੇ ਚੱਲਦਾ, ਜਿਵੇਂ ਪਟੀਸ਼ਨ ਵੀ ਪਾ ਦਿੰਦੇ ਕਿ ਸੜਕਾਂ ਖਾਲੀ ਕਰਾ ਦਿਓ, ਆਮ ਲੋਕਾਂ ਨੂੰ ਦਿੱਕਤ ਹੋ ਰਹੀ ਹੈ, ਪਟੀਸ਼ਨ ਵੀ ਪਾਈ ਹੈ, PL ਕਿਸੇ ਨੇ ਪਾਈ ਹੈ, ਫਿਰ ਲੱਗਦਾ ਕਿ ਸਰਕਾਰ ਜਿਹੜੀ ਹੈਗੀ ਹੈ ਉਹ ਕਹਿ ਸਕਦੀ ਹੈ ਕਿ ਸਾਨੂੰ ਖਦੇੜਨ ਵਾਸਤੇ ਕਿਹਾ ਜਾਵੇ, ਕੋਰਟ ਵੱਲੋਂ ਕਿਹਾ ਜਾਵੇ, ਆਰਡਰ ਹੋ ਸਕਦਾ ਕੋਰਟ ਵੱਲੋਂ, ਸਰਕਾਰ ਇਹ ਕਹਿ ਸਕਦੀ ਹੈ, ਆਪਣੀ ਗੱਲ ਰੱਖ ਸਕਦੀ ਹੈ।
ਕੀ ਹੋ ਸਕਦਾ ਹੈ ਕੀ ਨਹੀਂ ਹੋ ਸਕਦਾ ਇਹ ਤਾਂ ਦੇਖੋ ਜੀ ਟਾਈਮ ਨਾਲ ਪਤਾ ਚੱਲੇਗਾ ਕਿ ਕੋਰਟ ਕੀ ਆਰਡਰਸ ਦਿੰਦੀ ਹੈ। ਔਰ ਜਿੱਥੇ ਤੱਕ ਗੱਲ ਹੈ ਕਿ ਜਥੇਬੰਦੀਆਂ ਵਾਲੇ ਉੱਥੇ ਨਹੀਂ ਗਏ ਸੀ ਤੇ ਮੈਂ ਜਿਹੜੀ ਕੱਲ ਪ੍ਰੈਸ ਕਾਨਫਰੰਸ ਸੁਣ ਰਹੀ ਸੀ ਉਹਦੇ ਵਿੱਚ ਸਾਡੇ ਆਗੂ ਇਹੀ ਕਹਿ ਰਹੇ ਸੀ ਕਿ ਉਹਨਾਂ ਨੂੰ ਅਜੇ ਤੱਕ ਕੋਈ ਨੋਟਿਸ ਨਹੀਂ ਆਇਆ। ਅਦਰਵਾਈਜ਼ ਮੈਂ ਇੱਥੇ ਉਹਨਾਂ ਦੇ ਸਮਰਥਨ ਦੇ ਵਿੱਚ ਆਈ ਹਾਂ। ਸਾਡੇ ਵੱਡੇ ਜਿਹੜੇ ਲੀਡਰਸ ਹੈਗੇ ਕਿਸਾਨ ਆਗੂ ਹੈਗੇ ਆ ਉਹ ਜੋ ਵੀ ਫੈਸਲਾ ਕਰਨਗੇ ਜਿੱਦਾਂ ਵੀ ਕਰਨਗੇ ਤਜਰਬੇਕਾਰ ਹੈਗੇ ਸਾਡੇ ਤੋਂ ਉਮਰਾਂ 'ਚ ਵੀ ਵੱਡੇ ਆ ਸਾਨੂੰ ਉਹਨਾਂ ਤੇ ਪੂਰਾ ਵਿਸ਼ਵਾਸ ਹੈ ਔਰ ਅਸੀਂ ਉਹਨਾਂ ਦੇ ਨਾਲ ਹੈਗੇ। ਕਮੇਟੀ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ, ਕੋਰਟ 'ਚ ਵੀ ਗੱਲ ਹੋਈ ਹੈ ਕਿ ਕਮੇਟੀ ਬਣਾ ਦਿਓ। ਕਮੇਟੀ ਜੇ ਬਣ ਜਾਂਦੀ ਹੈ ਲੱਗਦਾ ਕਿ ਹੱਲ ਹੋ ਜਾਊਗਾ ਇਸ ਚੀਜ਼ ਦਾ? ਇਹਦੇ ਉੱਤੇ ਜੀ ਜ਼ਿਆਦਾ ਵਧੀਆ ਜਵਾਬ ਜਿਹੜੇ ਸਾਡੇ ਕਿਸਾਨ ਲੀਡਰ ਹੈਗੇ ਆ ਜਿਹੜੇ ਉਸ ਪ੍ਰੋਸੈਸ ਦੇ ਵਿੱਚ ਹੈਗੇ ਆ ਉਹਦੇ ਧੁਰ ਦੇ ਵਿੱਚ ਬੈਠੇ ਹੋਏ ਆ ਉਹ ਜ਼ਿਆਦਾ ਵਧੀਆ ਜਵਾਬ ਦੇ ਸਕਦੇ ਆ। ਜੋ ਵੀ ਉਹਨਾਂ ਦਾ ਫੈਸਲਾ ਹੋਏਗਾ ਸਰਬਸੰਮਤੀ ਨਾਲ ਹੋਏਗਾ, ਸਾਰਿਆਂ ਨੂੰ ਮਨਜ਼ੂਰ ਹੋਏਗਾ ਤਾਂ ਮੈਨੂੰ ਵੀ ਵਿੱਚੇ ਮਨਜ਼ੂਰ ਹੋਏਗਾ। ਕੀ ਤੁਹਾਨੂੰ ਲੱਗਦਾ ਕੋਰਟ ਜਿਹੜੇ ਜੋ ਕਾਨੂੰਨ ਬਣ ਜਾਂਦਾ ਹੈ ਜੇ ਲੋਕਾਂ ਨੂੰ ਨਾ ਹੁਣ ਸਰਕਾਰ ਨੇ ਤਾਂ ਬਣਾ ਤੇ ਸਰਕਾਰ ਤਾਂ ਗਨਾ ਰਹੀ ਹੈ ਕਿ ਬਹੁਤ ਵਧੀਆ ਕਾਨੂੰਨ ਨੇ ਹੱਕ ਦੇ ਵਿੱਚ ਹੈਗੇ ਨੇ, ਤੁਹਾਨੂੰ ਲੱਗਦਾ ਕਿ ਕੋਰਟ ਇਸ ਚੀਜ਼ ਕਾਨੂੰਨ ਨੂੰ ਰੱਦ ਵੀ ਕਰ ਸਕਦੀ ਹੈ ਜੇ ਕਿਸੇ ਨੂੰ ਕੋਈ ਦਿੱਕਤ ਹੋ ਰਹੀ ਹੈ ਨਾ ਕਿਸਾਨ ਇਹ ਹੈਜ਼ੀਟੇਸ਼ਨ ਕਰ ਰਹੇ ਨੇ ਧਰਨੇ ਲੱਗੇ ਹੋਏ ਨੇ ਤਾਂ? ਕਿਸੇ ਨੂੰ ਜੇ ਦਿੱਕਤ ਨਾ ਵੀ ਹੁੰਦੀ ਤਾਂ ਵੀ ਸੁਪਰੀਮ ਕੋਰਟ ਨੂੰ ਚਾਹੀਦਾ ਸੀਗਾ ਕਿ ਇਹ ਜਿੱਦਣ ਪਾਸ ਹੋਏ ਸੀ ਇਹਨਾਂ ਨੂੰ ਉਦੋਂ ਹੀ ਰੱਦ ਕਰ ਦਿੰਦੀ। ਜੇ ਸਾਡੀ ਸੁਪਰੀਮ ਕੋਰਟ ਐਕਚੁਅਲੀ ਆਪਣਾ ਜਿਹੜਾ ਜੁਡੀਸ਼ਰੀ ਦਾ ਫੰਕਸ਼ਨ ਹੈ ਉਹਨੂੰ ਕਨਸਟੀਟਿਊਸ਼ਨਲੀ ਡਿਸਚਾਰਜ ਕਰ ਰਹੀ ਹੁੰਦੀ ਤਾਂ ਇਹ ਜਿਹੜੇ ਕਾਨੂੰਨ ਹੈ ਜਿੱਦਣ ਪਾਸ ਹੋਏ ਸੀ ਇਹ ਉਦੋਂ ਹੀ ਰੱਦ ਹੋ ਗਏ ਹੋਣੇ ਚਾਹੀਦੇ ਸੀ ਬਿਨਾਂ ਕਿਸੇ ਦੇ ਕਹੇ ਤੇ। ਜੇ ਹੁਣ ਜਿਵੇਂ ਅਸੀਂ ਪੁਲਿਸ ਵੀ ਲੱਗੇ ਬੈਰੀਕੇਡ ਵੀ ਲੱਗੇ ਨੇ ਕਿਸਾਨ ਜਿਹੜੇ ਸ਼ਾਂਤਪੂਰਵਕ ਬੈਠੇ ਨੇ ਆਪਾਂ ਦੇਖਦੇ ਨੇ ਫੌਜ ਲਗਾਤਾਰ ਵੱਧਦੀ ਜਾ ਰਹੀ ਹੈ। ਜੇ ਲਾਠੀ ਚਾਰਜ ਹੋ ਜਾਂਦੇ ਇਸ ਉੱਪਰ ਜੇ ਲਾਠੀ ਚਾਰਜ ਹੋ ਜਾਂਦਾ ਕੋਰਟ ਨਹੀਂ ਕਹਿੰਦਾ ਕੋਰਟ 'ਚ ਨਹੀਂ ਕਹਿੰਦਾ ਸਰਕਾਰ ਕਹਿੰਦੀ ਵੀ ਠੀਕ ਹੈ ਅਸੀਂ ਹਟਾਵਾਂਗੇ ਫਿਰ ਅੱਗੇ ਕਿਸ ਤਰੀਕੇ ਨਾਲ ਕੋਰਟ ਜਿਹੜਾ ਉਹ ਸਾਰੀ ਚੀਜ਼ਾਂ ਦੇਖੇਗਾ? ਨਹੀਂ ਇਦਾਂ ਤਾਂ ਅਸੀਂ ਜੇ ਕੰਟੈਂਪਲੇਟ ਕਰੀ ਜਾਈਏ ਇਹ ਹੋ ਜਾਊਗਾ ਉਹ ਹੋ ਜਾਊਗਾ ਤੇ ਉਹਦੇ ਉੱਤੇ ਕੀ ਕਮੈਂਟ ਕਰ ਸਕਦੇ ਆ। ਤੇ ਮੈਨੂੰ ਤਾਂ ਇਦਾਂ ਦੀ ਹਜੇ ਕੋਈ ਹਾਲਾਤ ਇੱਥੇ ਦਿਖੇ ਨਹੀਂ ਹੈ। ਜਿਹੜਾ ਪ੍ਰੋਟੈਸਟ ਹੈਗਾ ਬੜੀ ਪੀਸਫੁਲੀ ਚੱਲ ਰਿਹਾ ਤੇ ਲਾਠੀ ਚਾਰਜ ਤਾਂ ਜੇ ਅਸੀਂ ਨਹੀਂ ਕੁਝ ਕਰ ਰਹੇ ਅਸੀਂ ਪੀਸਫੁਲੀ ਪ੍ਰੋਟੈਸਟ ਕਰ ਰਹੇ ਹਾਂ ਔਰ ਸੁਪਰੀਮ ਕੋਰਟ ਇਹ ਗੱਲ ਲਿਖਦੀ ਹੈ ਕਿ ਇਹ ਪੀਸਫੁਲੀ ਪ੍ਰੋਟੈਸਟ ਕਰ ਰਹੇ ਆ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਇਦਾਂ ਦੀ ਨੌਬਤ ਹੈ ਕਿ ਕੋਈ ਲਾਠੀ ਚਾਰਜ ਹੋਏਗਾ। ਗੋਦੀ ਮੀਡੀਆ ਨੇ ਬੜਾ ਚੱਕਿਆ ਹੋਇਆ ਸੀ ਕਿ ਆਪਾਂ ਸ਼ੁਰੂ 'ਚ ਦੇਖਿਆ ਸੀ ਖਾਲਿਸਤਾਨੀ ਆ ਗਏ ਆਤੰਕਵਾਦੀ ਆ ਗਏ ਉਸ ਤੋਂ ਬਾਅਦ ਕਿਹਾ ਵੀ ਜਾਣ ਲੱਗਿਆ ਕਿ ਕਈ ਚੈਨਲਾਂ ਦੇ ਖਿਲਾਫ ਜਿਹੜੇ ਮੀਡੀਆ ਹੈਗਾ ਉਹਨਾਂ ਨੂੰ ਅਸੀਂ ਨੋਟਿਸ ਕੱਢਾਂਗੇ। ਤੁਹਾਨੂੰ ਲੱਗਦਾ ਕਿ ਇਸ ਤਰੀਕੇ ਨਾਲ ਇੱਕ ਆਤੰਕਵਾਦ ਦੇ ਬੜਾਵਾ ਦੇਣਾ ਜਾਂ ਆਤੰਕਵਾਦੀ ਕਹਿਣਾ ਇਹ ਮੀਡੀਆ ਵਾਸਤੇ ਵੀ ਗਲਤ ਚੀਜ਼ ਹੈ ਐਕਸ਼ਨ ਹੋ ਸਕਦਾ? ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਅੱਤ ਤਾਂ ਇਹਨਾਂ ਨੇ ਕੀਤੀ ਹੋਈ ਹੈ ਤੇ ਅੱਤਵਾਦੀ ਸਾਨੂੰ ਕਹਿੰਦੇ ਆ। ਠੀਕ ਹੈ ਨਾ ਹਰ ਚੀਜ਼ 'ਚ ਅੱਤ ਹੈ। ਛੋਟੀ ਤੋਂ ਛੋਟੀ ਗੱਲ ਵੱਡੀ ਤੋਂ ਵੱਡੀ ਗੱਲ ਤੁਸੀਂ ਤੁਹਾਡੀਆਂ ਔਰਤਾਂ ਦੇ ਰੇਪ ਹੋ ਕੇ ਉਹਨਾਂ ਨੂੰ ਸਾੜਿਆ ਜਾ ਰਿਹਾ ਤੇ ਤੁਸੀਂ ਕਹਿੰਦੇ ਹੋ ਇਹ ਮਨੋਹਰ ਕਹਾਣੀਆਂ ਹੈ। ਠੀਕ ਹੈ ਨਾ ਬੱਚਿਆਂ ਦੇ ਰੇਪ ਹੋ ਰਹੇ ਸਾਡੇ ਅੱਜ ਬਜ਼ੁਰਗ ਮਾਂ-ਬਾਪ ਸੜਕਾਂ 'ਤੇ ਆ ਕੇ ਲੰਮੇ ਪਏ ਹੋਏ ਹੈ ਤੇ ਅੱਤ ਤੁਸੀਂ ਚੱਕੀ ਹੋਈ ਹੈ ਤੇ ਅੱਤਵਾਦੀ ਅਸੀਂ ਹੋ ਗਏ। ਤੇ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦੀ ਹਾਂ ਮੈਂ ਸਟੇਜ ਤੋਂ ਵੀ ਕਹੀ ਸੀ ਇਹ ਜਿੱਦਾਂ ਦੇ ਵੀ ਹੈ ਗੋਦੀ ਮੀਡੀਆ ਕਹਿ ਲਓ ਭਗਤ ਕਹਿ ਲਓ ਇਹ ਜਿੱਦਾਂ ਦੇ ਵੀ ਆ ਆਪਣੇ ਹੀ ਭੈਣ ਭਰਾ ਆ ਤੇ ਹੱਥ ਜੋੜ ਕੇ ਇਹਨਾਂ ਨੂੰ ਵੀ ਗੁਜ਼ਾਰਿਸ਼ ਹੈ ਕਿ ਇਹ ਜਿਹੜਾ ਮੁਲਕ ਹੈ ਸਾਡੀ ਮਾਂ ਹੈ ਇਹਨੂੰ ਨਾ ਨੋਚ ਕੇ ਖਾਵੋ। ਠੀਕ ਹੈ ਨਾ ਗਲਤ ਦੇ ਖਿਲਾਫ ਆਵਾਜ਼ ਉਠਾਓ ਆਪਣੇ ਜ਼ਮੀਰ ਨੂੰ ਜਗਾਓ। ਇਹ ਮੁਲਕ ਲਈ ਬਹੁਤ ਸ਼ਹੀਦ ਹੋਏ ਆ ਲੋਕ ਬਹੁਤ ਖੂਨ ਡੁੱਲਿਆ ਆ। ਠੀਕ ਹੈ ਨਾ ਇੱਕ ਦਿਨ ਜਾ ਕੇ ਉੱਥੇ ਅਮਲਾਂ ਦੇ ਹੋਣਗੇ ਨਵੇੜੇ ਕਿਸੇ ਨੇ ਨਹੀਂ ਬਾਤ ਪੁੱਛਣੀ ਉੱਥੇ ਜਾ ਕੇ ਜਵਾਬ ਦੇਣਾ ਪੈਣਾ ਇਹਨਾਂ ਗੱਲਾਂ ਦਾ। ਜ਼ਰਾ ਆਪਣੀ ਜ਼ਮੀਰ ਜਗਾਓ ਮੇਰਾ ਨਿਵੇਦਨ ਹੈ ਤੁਹਾਨੂੰ ਸਭ ਨੂੰ। ਮੈਂ ਇੱਕ ਹੋਰ ਸਵਾਲ ਹੈ ਕਿ ਜਿਸ ਤਰੀਕੇ ਨਾਲ ਆਪਾਂ ਦੇਖਿਆ ਸੀ ਕਿ ਕਿਸਾਨ ਜਿਹੜੇ ਸਰਕਾਰਾਂ ਹੁੰਦੀਆਂ ਨੇ ਉਹ ਦੋ ਤਰੀਕੇ ਨਾਲ ਜਿਹੜੇ ਨੇ ਧਰਨੇ ਖਤਮ ਕਰ ਦਿੰਦੀਆਂ ਨੇ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਆਪਣੇ ਬੰਦੇ ਫਿੱਟ ਕਰ ਦਿੰਦੀਆਂ ਨੇ ਜਾਂ ਇੱਕ ਧਾਰਮਿਕ ਰੰਗ ਦੇ ਦਿੱਤਾ ਜਾਂਦਾ ਆਪਣੇ ਬੰਦੇ ਫਿੱਟ ਕਰਕੇ। ਆਪਾਂ ਪਿਛਲੇ ਕੁਝ ਦਿਨਾਂ ਦੇਖਿਆ ਵੀ ਕਿ ਸ਼ਰਾਰਤੀ ਅੰਸਰ ਪਕੜੇ ਵੀ ਗਏ ਨੇ। ਲੱਗਦਾ ਕਿ ਸਰਕਾਰ ਵੈਸੇ ਤਾਂ ਗੱਲਬਾਤ ਕਰ ਨਹੀਂ ਰਹੀ ਪਰ ਜਿਸ ਤਰ੍ਹਾਂ ਸ਼ਰਾਰਤੀ ਅੰਸਰ ਆ ਰਹੇ ਨੇ ਇਸ ਉੱਪਰ ਵੀ ਕਿਤੇ ਨਾ ਕਿਤੇ ਜਾ ਕੇ ਨਕੇਲ ਕੱਸਣੀ ਚਾਹੀਦੀ ਹੈ। ਮੈਂ ਪਹਿਲੇ ਫੋਰਸ ਦੇ ਵਿੱਚ ਰਹੀ ਹਾਂ ਤਾਂ ਮੇਰਾ ਸੋਚਣ ਦਾ ਢੰਗ ਵੀ ਥੋੜਾ ਉੱਦਾਂ ਦਾ ਹੈ। ਮੈਂ ਕਹਿੰਦੀ ਹਾਂ ਕਿ ਜਿਹੜਾ ਤੁਹਾਡਾ ਦੁਸ਼ਮਣ ਹੈ ਨਾ ਉਹ ਕੋ ਵੀ ਪੂਰਾ ਹੱਕ ਹੈ ਆਪਣੇ ਹੱਥ ਕੰਡੇ ਵਰਤਾਉਣ ਦਾ। ਜੋ ਕਰ ਸਕਦੇ ਕਰ ਲੈਣ ਆਪਣੇ ਮਨ ਦੀਆਂ ਕੱਢ ਲੈਣ। ਠੀਕ ਹੈ ਨਾ ਇਹ ਜਿਹੜਾ ਸੰਘਰਸ਼ ਹੈ ਇਹ ਜਿਹੜਾ ਮੋਰਚਾ ਹੈ ਇੱਥੇ ਸਾਰੇ ਸੱਭਿਆਚਾਰਾਂ ਦੇ ਲੋਕ ਹੈ ਸਾਰੇ ਧਰਮਾਂ ਦੇ ਲੋਕ ਹੈ। ਇਹੀ ਗੱਲ ਇਹਨਾਂ ਨੂੰ ਖਲਦੀ ਹੈ। ਠੀਕ ਹੈ ਨਾ ਮੈਂ ਤੁਹਾਡੇ ਮਾਧਿਅਮ ਰਾਹੀਂ ਇਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਰੱਸੀ ਹੁੰਦੀ ਹੈ ਨਾ ਰੱਸੀ ਜੇ ਆਪਣੀ ਆਈ ਤੇ ਆ ਜਾਵੇ ਤੇ ਫਿਰ ਪੱਥਰਾਂ ਤੇ ਨਿਸ਼ਾਨ ਪਾ ਦਿੰਦੀ ਹੈ। ਰਸਰੀ ਆਵੇ ਜਾਤ ਪਰ ਤੋਂ ਸਿਲ ਪਰ ਪਰਤ ਨਿਸ਼ਾਨ। ਇਹ ਆਪਣਾ ਕਰੀ ਜਾਣ ਜੋ ਕਰਨਾ ਹੈ ਅਸੀਂ ਆਪਣਾ ਕਰ ਰਹੇ ਹਾਂ ਤੇ ਸਮਾਂ ਦੱਸੇਗਾ। ਵੈਸੇ ਤਾਂ ਸਾਡਾ ਇਤਿਹਾਸ ਇਹਨਾਂ ਨੂੰ ਵੀ ਪਤਾ ਇਸੇ ਕਰਕੇ ਡਰੇ ਹੋਏ ਹੈ ਤੇ ਬਾਕੀ ਆਉਣ ਵਾਲੇ ਟਾਈਮ 'ਚ ਬਿਲਕੁਲ ਕਲੀਅਰ ਹੋ ਜਾਏਗਾ ਕਿ ਜਿੱਤ ਕਿਹਦੀ ਹੋਏਗੀ। ਇੰਟਰਨੈਸ਼ਨਲ ਜਿਹੜੀ ਹੁਣ ਇਸ ਚੀਜ਼ ਤੇ ਚਲੀ ਗਈ ਹੈ ਧਰਨੇ ਦੀ ਕਈ ਅਖਬਾਰ ਜਾਂ ਕਈ ਮੈਗਜ਼ੀਨ ਜਿਹੜੇ ਬਾਹਰ ਫੋਰਨ ਵਿੱਚ ਛਪਦੇ ਨੇ ਕਹਿੰਦੇ ਨੇ ਕਿ ਕਈ ਸਦੀਆਂ ਤੋਂ ਸਭ ਤੋਂ ਵੱਡਾ ਧਰਨਾ ਹੈ ਕਾਫੀ ਸਦੀਆਂ ਬੀਤ ਗਈ ਉਸ ਤੋਂ ਬਾਅਦ ਇਹ ਧਰਨਾ ਲੱਗਿਆ।
ਪੰਜਾਬ ਦੀ ਗੱਲ ਕਰਨੇ, ਪੰਜਾਬੀ ਬਾਹਰ ਵੀ ਬੈਠੇ ਨੇ, ਉਹ ਵੀ ਲਗਾਤਾਰ ਪ੍ਰੋਟੈਸਟ ਕਰਦੇ ਨੇ, ਆਪਣਾ ਯੋਗਦਾਨ ਪਾਦੇ ਨੇ ਕਿਸੇ ਨਾ ਕਿਸੇ ਤਰੀਕੇ ਰਾਹੀਂ। ਕਦ ਤੱਕ ਇਹ ਚੀਜ਼ ਯਾਦ ਰਹੇਗੀ 2020 ਜੋ ਹੈਗਾ, ਕਿਉਂਕਿ ਆਪਾਂ ਦੇਖਿਆ ਸੀ 30-35 ਸਾਲ ਬਾਅਦ ਪੰਜਾਬ ਖੜਾ ਹੋ ਜਾਂਦਾ ਹੈ। ਇਹ ਇਤਿਹਾਸ ਦੱਸਦਾ ਆਪਣਾ 30-35 ਸਾਲ ਜਦੋਂ ਲੰਘ ਜਾਂਦੇ ਨੇ ਇਤਿਹਾਸ ਫਿਰ ਖੜਾ ਹੋ ਜਾਂਦਾ ਹੈ। ਕਿਸ ਸਿੱਖ ਨਾਲ ਅੱਗੇ ਜਾ ਕੇ ਲੋਕ ਨੂੰ ਯਾਦ ਕਰਨਗੇ ਜਦੋਂ ਇਹ ਮੋਰਚਾ ਲੱਗਿਆ ਸੀ, ਉਹ ਕਿਸ ਸਿੱਖ ਦੀ ਕਥਾਵਾਂ ਗਾਈਆਂ ਜਾਣਗੀਆਂ ਇਸ ਚੀਜ਼ ਦੀਆਂ। ਬਿਲਕੁਲ ਜੀ, ਇਹ ਇੱਕ ਮੋੜ ਹੈ। ਇਹ ਕੁਝ ਸਾਲ ਇਦਾਂ ਦੇ ਹੁੰਦੇ ਆ ਜਿਹੜੇ ਜੈਨੇਟਿਕਲੀ ਜਨਰੇਸ਼ਨ ਟੂ ਜਨਰੇਸ਼ਨ ਪਾਸ ਹੁੰਦੇ ਆ। ਸਾਨੂੰ ਆਪਣੀ ਜਨਰੇਸ਼ਨ ਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਹੁੰਦੀ, ਉਹਨਾਂ ਦੇ ਜੀਨਸ ਦੇ ਵਿੱਚ ਹੀ ਉਹ ਹੁੰਦੇ ਆ। ਇਹ ਜਿਹੜਾ ਸਾਲ ਹੈ, ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਅਸੀਂ ਇਹਦਾ ਹਿੱਸਾ ਬਣ ਪਾ ਰਹੇ ਹਾਂ। ਇਹ ਕੁਝ ਚੰਗਾ ਹੋਣ ਜਾ ਰਿਹਾ ਆ। ਇਹ ਇੱਕ ਜਿਹੜੀ ਸਾਡਾ ਜਿਹੜਾ ਮੁਲਕ ਹੈਗਾ ਆ, ਇਹਨੂੰ ਇੱਕ ਆਉਣ ਵਾਲਾ ਜਿਹੜਾ ਨਵਾਂ ਕੱਲ ਮੈਨੂੰ ਦਿਖਦਾ ਇਸ ਮੋਰਚੇ ਦੇ ਵਿੱਚੋਂ, ਠੀਕ ਹੈ ਨਾ। ਤੇ ਸਾਡੇ ਧੰਨ ਭਾਗ ਹੈ ਕਿ ਅਸੀਂ ਇਹਦਾ ਹਿੱਸਾ ਬਣ ਚੁੱਕੇ ਹਾਂ। ਔਰ ਮੈਂ ਸਭ ਨੂੰ ਗੁਜ਼ਾਰਿਸ਼ ਕਰਦੀ ਹਾਂ ਕਿ ਜ਼ਰੂਰ ਇੱਥੇ ਪਹੁੰਚਣ ਤੇ ਜੋ ਵੀ ਜਿੱਦਾਂ ਦਾ ਵੀ ਯੋਗਦਾਨ ਪਾ ਸਕਦੇ ਆ ਕੇ ਇੱਥੇ ਜ਼ਰੂਰ ਪਾਉਣ। ਮੇਰਾ ਇੱਕ ਆਖਰੀ ਸਵਾਲ ਇਹੀ ਹੈ, ਜਿਹੜੇ ਧਰਨੇ 'ਚ ਇੱਥੇ ਆਏ ਨੇ, ਮਾਤਾ ਆਈਆਂ ਨੇ, ਭੈਣਾਂ ਆਈਆਂ, ਤੁਸੀਂ ਵੀ ਇੱਥੇ ਆਏ ਹੋਏ ਹੋ, ਤੁਹਾਨੂੰ ਕੀ ਲੱਗਦਾ ਜਦੋਂ ਵਾਪਸ ਜਾਵਾਂਗੇ ਜਿੱਤ ਕੇ ਆਪਾਂ, ਕਿਹੜੀ ਚੀਜ਼ਾਂ ਇਹੋ ਜਿਹੀਆਂ ਸਾਨੂੰ ਸਿੱਖਣ ਨੂੰ ਮਿਲੀਆਂ ਨੇ, ਕਿਹੜੀ ਚੀਜ਼ਾਂ ਸਿੱਖ ਕੇ ਜਾਵਾਂਗੇ ਅਸੀਂ? ਸਭ ਤੋਂ ਵੱਡੀ ਗੱਲ ਸਿੱਖਣ ਵਾਲੀ ਇਹ ਹੈ ਕਿ ਇਹ ਸੋਚ ਖਤਮ ਹੋ ਜਾਏਗੀ ਕਿ ਅਸੀਂ ਕੁਝ ਕਰ ਨਹੀਂ ਸਕਦੇ। ਜਿਹੜਾ ਮੈਂ ਕਈ ਵਾਰ ਪਹਿਲੇ ਵੀ ਕਿਹਾ ਹੈ ਕਿ ਤੁਪਕੇ ਨਾਲ ਸਮੁੰਦਰ ਬਣਦਾ ਹੈ, ਠੀਕ ਹੈ ਨਾ। ਔਰ ਜਿੱਦਣ ਸਮੁੰਦਰ ਨੂੰ ਇਹ ਗੱਲ ਦਾ ਅਹਿਸਾਸ ਹੋ ਜਾਵੇ ਕਿ ਮੈਂ ਉੱਠਣ ਲੱਗਾ ਤਾਂ ਕਿੰਨਾ ਉੱਠ ਸਕਦਾ, ਤੇ ਫਿਰ ਰੂੜੀਆਂ ਬੱਟੇ ਛੱਟੇ ਉਹਦੇ ਬਹਾਵ 'ਚ ਇੱਦਾਂ ਹੀ ਬਹਿ ਜਾਂਦੇ ਆ ਨਾਲ। ਤੇ ਅਸੀਂ ਆਪ ਤਾਂ ਤਰਾਂਗੇ, ਇਹਨਾਂ ਨੂੰ ਵੀ ਤਾਰਾਂਗੇ ਨਾਲ। ਤੁਸੀਂ ਸਾਰੀ ਗੱਲਬਾਤ ਸੁਣੀ। ਸਾਨੂੰ ਮੌਜੂਦ ਸਨ ਕਰਨਾਜੀਤ ਕੌਰ, ਜਿਨ੍ਹਾਂ ਨੇ ਸਾਫ਼ ਦੱਸਿਆ ਕਿ ਜੇ ਕੋਰਟ ਚਾਹੁੰਦੀ ਤਾਂ ਕੱਲ ਵੀ ਫੈਸਲਾ ਹੋ ਸਕਦਾ ਸੀ। ਜਿੱਤ ਪੱਕੀ ਹੈ, ਜਿੱਤ ਕੇ ਜੋ ਜਾਣਗੇ ਇੱਕ ਨਵਾਂ ਇਤਿਹਾਸ ਵੀ ਲਿਖਿਆ ਜਾਊਗਾ ਤੇ ਲੋਕੀ ਯਾਦ ਵੀ ਰੱਖਣਗੇ ਇਸ ਚੀਜ਼ ਨੂੰ ਕਿ ਅਸੀਂ ਇਸ ਚੀਜ਼ ਦਾ ਹਿੱਸਾ ਬਣਿਆ। ਜਿਹੜੇ ਲੋਕ ਇੱਥੇ ਆਏ ਸੀ, ਤਾਂ ਤੁਹਾਨੂੰ ਅਸੀਂ ਕਿਸਾਨੀ ਸੰਘਰਸ਼ ਦੀ ਲਗਾਤਾਰ ਦੀ ਖਬਰ ਦਿੰਦੇ ਰਹਾਂਗੇ। ਅਪਡੇਟ ਸਾਡੇ ਨਾਲ ਰਹੋ, ਵੀਡੀਓ ਸ਼ੇਅਰ ਕਰ ਦਿਆ ਕਰੋ ਤਾਂ ਕਿ ਦੂਸਰਿਆਂ ਨੂੰ ਪਤਾ ਲੱਗ ਸਕੇ।